ਜਿਹੜਾ ਡਿਕਸ਼ਨਰੀ ਨੂੰ ਮੰਨਦਾ ਵਿਦਵਾਨ ਹੁੰਦਾ। ਜਿਹੜਾ ਇਹਦੋਂ ਉੱਤੇ ਉੱਠ ਗਿਆ ਉਹ ਗੁਰਬਾਣੀ ਨੂੰ ਅੱਖਰਾਂ ਚੋਂ ਆਪ ਖੋਜਦਾ ਨਾ, ਅੱਖਰਾਂ ਮੈਂ ਕੋਈ ਗੁਰਮੁਖ ਖੋਜਾ। ਡਿਕਸ਼ਨਰੀ ਤਾਂ ਕੀ ਲੈਣਾ ਉਹਨੇ? ਡਿਕਸ਼ਨਰੀ ਦੇਖ ਲੈਣਾ ਉਹਨੇ ਵੀ ਇਹ ਅਰਥ ਉਹਦੇ ਅਨੁਸਾਰ ਕਰ ਲਿਆ, ਗੁਰਮਤਿ ਦੇ ਅਨੁਕੂਲ ਕਰ ਲਿਆ, ਨਹੀਂ ਕਰ ਲਿਆ। ਜੇ ਉਹ ਨਹੀਂ ਕਰ ਰਿਹਾ ਲਫ਼ਜ਼, ਤੇ ਲਫ਼ਜ਼ ਨੂੰ ਅਸੀਂ ਆਪ ਨਹੀਂ ਆਪਰੇਸ਼ਨ ਕਰ ਸਕਦੇ ਲਫ਼ਜ਼ ਦਾ। ਵਿਆਕਰਨ ਦੀ ਜਿਹਨੂੰ ਸੋਝੀ ਹੈ ਵੇਦ ਵਿਆਕਰਨ ਦੀ, ਉਹ ਗੁਰਬਾਣੀ ਨੂੰ ਬਿਨਾਂ ਡਿਕਸ਼ਨਰੀ ਤੇ ਅਰਥ ਆ ਸਕਦਾ। ਜਿਹੜਾ ਵੇਦ ਵਿਆਕਰਨ ਬਣਾ ਸਕਦਾ, ਸਮਝ ਸਕਦਾ, ਉਹ ਗੁਰਬਾਣੀ ਨੂੰ ਬਿਨਾਂ ਡਿਕਸ਼ਨਰੀ ਤੇ ਅਰਥ ਆ ਸਕਦਾ। ਡਿਕਸ਼ਨਰੀ ਤਾਂ ਲਾਗੂ ਹੈ ਨਹੀਂ, ਵਿਆਕਰਨ ਤਾਂ ਲਾਗੂ ਹੈ ਨਹੀਂ ਗੁਰਬਾਣੀ ਦੇ ਹੁੰਦੀ। ਵਿਆਕਰਨ ਤਾਂ ਕਿਸੇ ਕਵਿਤਾ ਤੇ ਵੀ ਲਾਗੂ ਨਹੀਂ ਹੁੰਦੀ। ਕਵਿਤਾ ਬਾਹਰ ਰੱਖੀ ਹੋਈ ਹੈ ਵਿਆਕਰਨ ਤੋਂ। ਹਾਂਜੀ ਹਾਂਜੀ, ਇੱਕ ਤਾਂ ਇਹਦੇ ਵਿੱਚ ਜਿਹੜੀ ਇਹਨਾਂ ਨੇ ਪ੍ਰਮੁੱਖ ਗੱਲ ਕਹੀ ਹੈ ਵੀ 550 ਸਾਲਾ ਪ੍ਰਕਾਸ਼ ਪੁਰਬ ਤੇ ਅਸੀਂ ਇਹ ਸ਼ੁਰੂ ਕਰਾਂਗੇ 21 ਜਨਵਰੀ ਤੋਂ। ਤਾਂ ਗੁਰਮਤਿ ਜਿਹੜਾ ਸਰੀਰ ਦੇ ਜਨਮ ਨੂੰ ਜਨਮ ਨਹੀਂ ਮੰਨਦੀ। ਇੱਕ ਤਾਂ ਇਹ ਆਪਣੇ ਮੂਹਰੇ ਇੱਕ ਬੜੀ ਅੜਚਣ ਹੈ ਜੀ। ਅੜਚਣਾ ਤਾਂ ਵੈਸੇ ਬਹੁਤ ਹੈ, ਪਰ ਮੁੱਖ ਨੂੰ ਆਪਾਂ ਕੀ ਰੱਖਾਂਗੇ ਕਿ ਉਹ ਜਿਵੇਂ ਨੋਟਬੰਦੀ ਹੋਈ ਸੀ, ਜੇ ਨੋਟ ਹੀ ਨਹੀਂ ਨਵੇਂ ਛਾਪੇ ਹੋਏ ਤਾਂ ਪੁਰਾਣੇ ਬੰਦ ਕਰਕੇ ਕੀ ਫਾਇਦਾ। ਜਾਂ ਤਾਂ ਕੋਈ ਚਾਹੀਦਾ ਹੈ ਵੀ 1 ਸਾਲ ਜਾਂ 2 ਸਾਲ ਪਹਿਲਾਂ ਉਹ ਪ੍ਰਚਾਰਕਾਂ ਨੂੰ ਮੌਕਾ ਦਿੱਤਾ ਜਾਵੇ, ਉਹ ਪਹਿਲਾਂ ਪੜ੍ਹਨ ਲਿਖਣ। 1 ਸਾਲ ਇੱਕਦਮ ਤਾਂ ਨਹੀਂ ਬਦਲ ਸਕਦਾ ਨਾ ਜੀ। ਇਹ ਤੁਹਾਡਾ ਸਵਾਲ ਹੈ, ਗਲਤ ਹੈ। ਕਿਉਂ ਨਹੀਂ ਬਦਲ ਸਕਦਾ? ਕਿਉਂ ਨਹੀਂ? ਸਵਾਲ ਹੈ ਗਲਤ ਹੈ ਤੇਰਾ। ਦੇਸੀ ਕੌਣ ਹੈ? ਗਲਤ ਹੈ ਬਿਲਕੁਲ। ਅੱਜ ਦੇ ਸੰਦਰਭ ਦੇ ਵਿੱਚ ਗੱਲ ਇਹ ਗਲਤ ਹੈ। ਕਿਉਂ ਹਰ ਜਗ੍ਹਾ ਪ੍ਰਚਾਰ ਹੋਵੇ? ਕਿਉਂ ਨਾ ਟੀਵੀ ਤੋਂ ਇੱਕੋ ਜਗ੍ਹਾ ਪ੍ਰਚਾਰ ਹੋਵੇ? ਜ਼ਰੂਰੀ ਹੈ ਹਰੇਕ ਗੁਰਦੁਆਰੇ ਚ ਕਰਨਾ? ਦੁਕਾਨਦਾਰੀਆਂ ਨੇ। ਅਸੀਂ ਲੋਕਾਂ ਨੂੰ ਰੁਜ਼ਗਾਰ ਦੇਣਾ, ਸਾਰਾ ਕੰਮ ਖਰਾਬ ਕਰਨਾ ਰੁਜ਼ਗਾਰ ਦੇ ਕੇ। ਇਹਨਾਂ ਤਾਂ ਰੁਜ਼ਗਾਰ ਦੇ ਕੇ ਕੰਮ ਖਰਾਬ ਕੀਤਾ। ਕੱਲਾ ਹੀ ਹੁੰਦਾ ਸੀ ਗੁਰੂ ਨਾਨਕ, ਕੱਲਾ ਹੀ ਸੀ, ਫੌਜ ਦੀ ਉਹਦੇ ਨਾਲ ਪ੍ਰਚਾਰ ਕੱਲਾ ਹੀ ਕਰਦਾ ਸੀ। ਇਹਨਾਂ ਤੇ ਕਰਾਉਣਾ ਕੀ ਹੈ? ਨਾ ਪ੍ਰਚਾਰਕਾਂ ਤੇ ਇਹਨਾਂ ਦੀ ਛੁੱਟੀ ਕਰਨ, ਜਿਹੜਾ ਨਹੀਂ ਕਰ ਸਕਦਾ। 2 ਸਾਲ ਚ ਸਿੱਖ ਲੈਣਗੇ ਪ੍ਰਚਾਰ। ਤੈਨੂੰ 10 ਸਾਲ ਹੋ ਗਏ, ਤੂੰ ਕਰਕੇ ਦਿਖਾ। ਦੇਖੋ ਮਜ਼ਾਕ ਹੈ ਗੱਲ। ਇੱਕੋ ਆਦਮੀ ਕਰੀ ਜਾਓ, ਉਸੇ ਨੂੰ ਪਾਸ ਆਨ ਕਰੀ ਜਾਓ। ਇਹਦਾ ਫੈਸਲਾ ਕੌਣ ਲਊਗਾ ਵੀ ਇੱਕ ਕਰੂਗਾ? ਇੱਥੇ ਤਾਂ ਸਭ ਤੋਂ ਬੜੀ ਸਮੱਸਿਆ ਹੋਣੀ ਹੈ। ਹੋਇਆ ਤਾਂ ਪਹਿਲਾਂ ਤਾਂ ਜਿਹੜਾ ਪਿਆ ਤੁਹਾਡਾ ਇੰਟਰਨੈਟ ਤੇ, ਉਹਦੇ ਤੇ ਟਿੱਪਣੀ ਕਰਦੇ, ਉਹਦੇ ਕਦੇ ਨਹੀਂ ਬੋਲੇ ਹੁਣ ਤੱਕ। ਉਹਦੇ ਖਿਲਾਫ ਕਿਉਂ ਨਹੀਂ ਬੋਲੇ? ਫਿਰ ਬਾਕੀ ਜਦ ਯੂਐਨਓ ਤਾਂ ਗੱਲ ਬਣੀ ਹੋਈ ਹੈ, ਉਹਨੂੰ ਕਿਉਂ ਨਹੀਂ ਡਿਸਕਸ ਕਰਦੇ? ਉਧਰ ਕਿਉਂ ਨਹੀਂ ਆਉਂਦੇ? ਉਹ ਜਿਹੜਾ ਉਹਨਾਂ ਨੇ ਕਿਹਾ ਹੋਇਆ ਡਿਬੇਟ ਉਹ ਕਰੋ, ਡਾਇਲੋਗ, ਉਧਰ ਨੂੰ ਕਿਉਂ ਨਹੀਂ ਆਉਂਦੇ? ਅਸੀਂ ਡਾਇਲੋਗ ਕਰਨ ਨੂੰ ਤਿਆਰ ਹਾਂ, ਕਿਉਂ ਨਹੀਂ ਆਉਂਦੇ? ਉਹ ਕਦੇ ਲਗਾਉਂਦੇ ਨੇ। ਏਦਾਂ ਨਹੀਂ ਬਚਣੀ ਖੱਲ, ਹੁਣ ਭੱਜਣਾ ਹੀ ਪਊਗਾ ਹੁਣ ਪ੍ਰਚਾਰਕਾਂ ਨੂੰ। ਕਿਉਂ? ਪ੍ਰਚਾਰ ਕਿਹਨਾਂ ਦੇ ਨੇ? ਤਨਖਾਹਾਂ ਲੈਂਦੇ ਨੇ 50-50 ਹਜ਼ਾਰ, ਉਹ ਹੀ ਬਚਾਉਂਦੇ ਨੇ ਵੀ ਚੱਲ ਹੋਰ 2 ਸਾਲ ਖਾਈ ਜਾਣ। ਗੱਲ ਤਾਂ ਇੰਨੀ ਹੋਇਆ, ਹੋਰ ਕੀ ਹੈ? ਗੱਦਾਰੀ ਆ, ਉਹਨੂੰ ਕੀ ਕਰਨਾ? ਨਹੀਂ ਹਟਣਾ ਕਹਿਣ ਤੇ ਲੋਕਾਂ ਨੇ ਗੁਰੂ ਦੇ ਖਿਲਾਫ ਗੱਦਾਰੀ ਹੈ ਕੀਤੀ ਹੈ ਇਹਨਾਂ ਨੇ, ਪਰ ਕਰ ਰਹੇ ਨੇ। ਸਾਫ਼ ਦੀ ਹੈ ਗੱਦਾਰੀ। ਪੈਸਾ ਗੋਲਕ ਦਾ, ਸੰਗਤ ਦਾ, ਗੁਰੂ ਕੀ ਦਾ ਖਰਾ ਲੈਂਦੇ ਹੋ, ਖੋਟਾ ਪ੍ਰਚਾਰ ਕਰਵਾਉਂਦੇ ਹੋ। ਏਦੋਂ ਵੱਡੀ ਗੱਦਾਰੀ ਕੀ ਹੁੰਦੀ ਹੈ? ਏਦੋਂ ਵੱਡਾ ਧਰੋਹ ਕੀ ਹੁੰਦਾ? ਧਰੋਹ ਹੈ ਆਪਣੇ ਹੀ ਗੁਰੂ ਨਾਲ, ਆਪਣੇ ਹੀ ਧਰਮ ਨਾਲ। ਇਹ ਕੋਈ ਛੋਟੀ ਜਿਹੀ ਗੱਲ ਹੈ? ਪ੍ਰਚਾਰ ਹੋ ਸਕਦਾ, ਉਹ ਕਿਉਂ ਨਹੀਂ ਸਕਦਾ?
ਜਿਹੜੇ ਚਾਲੇ ਤਿਆਰ ਮਿਲਣ ਕੋ ਵਿੱਚੇ ਅਟਕਿਆ ਚੀਤ, ਇੱਕ ਉਹ ਹੁੰਦੇ ਨੇ। ਇਹਨਾਂ ਦਾ ਵਿੱਚੇ ਅਟਕਿਆ ਹੋਇਆ ਚਿੱਤ ਗੋਲਕ ਤੇ ਹੀ। ਆਏ ਤੇ ਗੁਰੂ ਨੂੰ ਮਿਲਣ, ਗੋਲਕ ਤੇ ਹੀ ਅਟਕ ਗਏ, ਗੁਰੂ ਵੱਲ ਤਾਂ ਜੋ ਪਹੁੰਚੇ ਹੀ ਨਹੀਂ, ਗੋਲਕ ਤੇ ਨਿਗਾ। ਜਿੰਨਾ ਸਟਾਫ ਰੱਖਿਆ ਹੋਇਆ ਸਭ ਗੋਲਕ ਦੇ ਸਿਰ ਤੇ, ਗੋਲਕ ਵਾਸਤੇ, ਗੋਲਕ ਦੇ ਹਿਸਾਬ ਵਾਸਤੇ। ਸਾਰੇ ਬਿੱਲ, ਸਾਰਾ ਗੋਲਕ ਦਾ ਮਲਫਲ ਹੈ। ਗੋਲਕ ਦੇ ਸਿਰ ਤੇ ਕਾਲਜ, ਉੱਥੇ ਹਿਸਾਬ। ਗੋਲਕ ਖਰਚਣੀ ਕਿਵੇਂ ਹੈ? ਠੀਕ ਖਰਚੀ ਹੈ। ਸਾਰਾ ਹੀ ਗੋਲਕ ਦਾ ਪੈਸਾ ਇਹੀ ਚੀਜ਼ ਤੇ ਹੀ ਖਾ ਗਏ। ਐਸੇ ਕਾਸੇ ਤੇ ਗੁਰੂ ਵਾਲਾ ਕੋਈ ਕੰਮ ਕਰੇ ਉਹ ਦੱਸਣ ਕਿਹੜਾ ਕੀਤਾ। ਸਿੱਖੀ ਕਿੱਥੇ ਗਈ? ਧਰਮ ਪੰਖ ਕਰ ਉੱਡ ਰਿਹਾ। ਉੱਡ ਗਿਆ ਨਾ ਪੰਖ ਕਰਕੇ, ਵਾਰਨਿੰਗ ਦਿੱਤੀ ਸੀ ਉੱਡ ਜਾਂਦਾ ਹੁੰਦਾ, ਉੱਡ ਗਿਆ। ਧਰਮ ਤੇ ਅਸੀਂ ਅਗਵਾਈ ਲੈਣੀ ਹੈ, ਇੱਥੇ ਹੈ ਹੀ ਨਹੀਂ। ਹਾਂਜੀ ਹਾਂਜੀ, ਫਿਰ ਆਪਾਂ ਮੰਨਦੇ ਹਾਂ ਵੀ ਆਪਾਂ ਕੋਈ ਸਲਾਹ ਦੇ ਸਕਦੇ ਇਹਨਾਂ ਨੂੰ। ਇਹਨਾਂ ਦੀ ਗੱਲ ਤਾਂ ਠੀਕ ਹੈ, ਪਰ ਇਹਨਾਂ ਕੋਲ ਜਿਹੜਾ ਪਿੱਛੇ ਬੈਕਗਰਾਉਂਡ ਨਹੀਂ ਹੈ ਵੀ ਅੱਗੇ ਗੱਲ ਨੂੰ ਕਿਵੇਂ ਤੋਰਨਗੇ। ਇਹ ਗੱਲ ਤਾਂ ਹੋ ਗਈ ਹੈ, ਚਲੋ ਮੰਨ ਲਈ ਆਪਾਂ। ਇਹਨਾਂ ਨੂੰ ਸਲਾਹ ਨਹੀਂ ਦੇ ਰਹੇ, ਸੰਗਤ ਨੂੰ ਸਲਾਹ ਦੇ ਰਹੇ ਹਾਂ। ਆ ਹੋਣਾ ਚਾਹੀਦਾ। ਮੇਨ ਪੁਆਇੰਟ ਕੀ ਆਪਣਾ ਕਿ ਇੱਕ ਬੰਦਾ ਪ੍ਰਚਾਰ ਕਰੇ। ਮੈਂ ਤੁਹਾਡੀ ਗੱਲ ਦਾ ਜਵਾਬ ਦਿੱਤਾ ਸੀ, ਇਹ ਮੇਨ ਪੁਆਇੰਟ ਨਹੀਂ ਹੈ। ਇੱਕ ਬੰਦਾ ਵੀ ਪ੍ਰਚਾਰ ਕਰ ਸਕਦਾ ਹੈ ਜੇ ਕੋਈ ਦੂਆ ਨਾ ਹੋਵੇ। ਤੁਹਾਡਾ ਸਵਾਲ ਉਹ ਹੋਰ ਸੀ, ਪ੍ਰਚਾਰਕ ਕਿੱਥੋਂ ਲੈ ਕੇ ਆਉਣਗੇ? ਇਹਦਾ ਪ੍ਰਚਾਰ ਪੈਦਾ ਨਹੀਂ ਹੋ ਸਕਦੇ ਇਹ, ਕਮ ਸੇ ਕਮ ਇਹ ਧਰਮ ਦੇ। ਉਹ ਸਵਾਲ ਦਾ ਜਵਾਬ ਉਹ ਸੀ। ਲੋੜ ਕੀ ਹੈ ਇਹਨੇ ਪ੍ਰਚਾਰਕਾਂ ਦੀ? ਘਰ ਘਰ ਗੱਲ ਦੱਸਣੀ ਹੈ, ਘਰ ਘਰ ਟੀਵੀ ਪਈ ਹੈ, ਪ੍ਰਚਾਰ ਕਰਨ ਦੀ ਤੁਹਾਨੂੰ ਕੀ ਲੋੜ ਹੈ? ਕੱਲ ਦੱਸਣੀ ਹੈ ਹਰ ਪਿੰਡ ਦੇ ਕੋਲ, ਇਹ ਕਰ ਲੈਣ, ਇਕੱਠੇ ਕਰਿਆ ਕਰਨ ਪ੍ਰਚਾਰ, ਅਸੀਂ ਕਰਦਿਆ ਕਰਾਂਗੇ। ਚਲੋ 4-4 ਪਿੰਡ ਇਕੱਠੇ ਕਰੀ ਜਾਣ। ਜਿਹਨਾਂ ਨੂੰ ਨਹੀਂ ਆਉਂਦਾ ਅਸੀਂ ਸਹਿਯੋਗ ਦਿੰਦੇ ਹਾਂ। ਉਹ ਕਿਹੜਾ ਇੱਕ ਰੋਜ਼ੇ ਪ੍ਰਚਾਰ ਕਰਨ ਦੀ ਲੋੜ ਹੈ? ਜਿਹੜਾ ਰੋਜ਼ ਕਰਦੇ ਨੇ ਗੁਰਦੁਆਰੇ ਨੇ, ਉਹਦਾ ਅਸਰ ਕੀ ਹੋਇਆ ਹੈ? ਉਹ ਤਾਂ ਤਰੀਕਾ ਹੀ ਨਹੀਂ ਪ੍ਰਚਾਰ ਕਰਨ ਦਾ, ਬਿਲਕੁਲ। ਉਹ ਤਾਂ ਹੈ ਉਹ ਗਲਤ। ਗੁਰੂਆਂ ਵੇਲੇ ਗੱਲ ਹੈ ਹੀ ਨਹੀਂ ਸੀ। ਜਿਵੇਂ ਗੁਰੂਆਂ ਵੇਲੇ ਹੋਇਆ ਪ੍ਰਚਾਰ ਉਵੇਂ ਹੋਊਗਾ। ਆ ਤਾਂ ਤਰੀਕਾ ਨਾਲ ਦੁਕਾਨਦਾਰੀ ਦਾ, ਆਪਣੇ ਬੰਦੇ ਐਡਜਸਟ ਕਰਨ ਦਾ, ਨੌਕਰੀਆਂ ਦੇਣ ਦਾ। ਇਹ ਤਾਂ ਬਿਜ਼ਨਸ ਵਾਲੇ ਆਦਮੀ ਨੇ ਸਾਰੇ, ਉਹ ਤਰੀਕੇ ਨਾਲ ਗੱਲਾਂ ਕਰਦੇ ਨੇ। ਔਰ ਬਿਜ਼ਨਸ ਪੁਆਇੰਟ ਆਫ ਵਿਊ ਨਾਲੇ ਇਹਨਾਂ ਨੇ ਸਭ ਕੁਝ ਬਣਾਇਆ ਹੋਇਆ ਗੁਰਦੁਆਰਿਆਂ 'ਚ। ਬਿਜ਼ਨਸ ਪੁਆਇੰਟ ਆਫ ਵਿਊ ਵਾਲੇ ਆਦਮੀ ਇਹਨਾਂ ਦੇ ਬੋਰੀ ਉੱਥੇ ਨੇ, ਆਗੂ ਨੇ ਗੁਰਦੁਆਰਿਆਂ ਦੇ। ਉਹ ਤਾਂ ਹੈ ਹੀ ਨਹੀਂ ਕੋਈ। ਗੁਰਮਤ ਤਾਂ ਉਹਨਾਂ ਨੂੰ ਠੀਕ ਹੀ ਨਹੀਂ ਲੱਗਦੀ। ਗੁਰਮਤ ਨਾਲ ਤਾਂ ਉਹਨਾਂ ਨੂੰ ਕੌੜੀ ਲੱਗਦੀ ਹੈ ਗੱਲ। ਗੁਰਦੁਆਰਿਆਂ ਦੇ ਵਿੱਚ ਗੁਰਮਤ ਦੀ ਤੁਸੀਂ ਗੱਲਾਂ ਨਹੀਂ ਕਰ ਸਕਦੇ। ਇਹ ਗੁਰਦੁਆਰੇ ਸਾਰੇ ਪ੍ਰਚਾਰ ਦੇ ਕੇਂਦਰ ਸਿਰਫ ਟੀਵੀ ਰਾਹੀਂ ਬਣ ਸਕਦੇ ਨੇ। ਜਾਂ ਉਹੀ ਗੱਲ ਸੁਣ ਕੇ ਆਦਮੀ ਇਹਨਾਂ ਦੇ ਸਿਆਣੇ ਲੱਭ ਲੈਣ, ਉਹੀ ਉਹਨਾਂ ਕੇ ਪ੍ਰਚਾਰ ਕਰਨ, ਦੱਸਣ ਜਿੰਨਾ ਗੁਰਮਤ ਕਹਿੰਦੀ ਹੈ। ਪਹਿਲਾਂ ਦੁਨੀਆ ਦੀ ਬੋਲੀ ਉਹ ਠੀਕ ਕਰ ਦੇਣ। ਨਹੀਂ ਮੰਨਦੀ, ਚਾਰੇ ਯੁੱਗ ਹੁਣ ਬਾਣੀ ਨਹੀਂ ਮੰਨਦੀ, ਹੁਕਮ ਨੂੰ ਬਾਣੀ ਮੰਨਦੀ ਹੈ। ਇਹ ਗੱਲਾਂ ਹੀ ਮੋਟੀਆਂ ਮੋਟੀਆਂ ਦੱਸ ਦੇਣ, ਇੰਨਾ ਹੀ ਬਹੁਤ। ਪਾਣੀ ਚਲੋ, ਪਾਣੀ ਨੂੰ ਮਿੱਠਾ ਕਰਕੇ ਮੰਨੋ, ਪਰ ਮੰਨਦੇ ਤਾਂ ਇਹ ਨਹੀਂ ਪਾਣੀ ਨੂੰ ਮਿੱਠਾ ਕਰਕੇ ਆਪ। ਦੂਏ ਨੂੰ ਕੀ ਕਹਿਣਾ? ਨਹੀਂ, ਪਰ ਹੁਣ ਅਸਲੀ ਰਜਿਸਟ ਕੀ ਕੱਢਣਾ? ਆਪਾਂ ਉਹਨਾਂ ਨੂੰ ਸਲਾਹ ਦੇ ਰਹੇ ਹਾਂ ਕਿ ਆਹ ਸਮੱਸਿਆਵਾਂ ਆ ਜਾਣਗੀਆਂ। ਦੱਸ ਰਹੇ ਵੀ ਦੋ ਚੀਜ਼ਾਂ ਨੇ। ਸਲਾਹ ਵੀ ਹੈ, ਉਹ ਮੰਨ ਲੈਣ ਸਲਾਹ। ਉਹ ਕਿਤੇ ਕਹਾਂ ਵੀ ਅੱਡ ਸਲਾਹ ਦੇਣੀ ਹੈ, ਸੰਗਤ ਨੂੰ ਅੱਡ ਦੇਣੀ ਹੈ। ਮੈਨੇ ਪਰ ਸਲਾਹ ਵਾਲਾ ਤਰੀਕਾ ਨਹੀਂ ਨਾ, ਐ ਤਾਂ ਨਹੀਂ ਉਹਨਾਂ ਨੇ ਜਿਵੇਂ ਆਪਾਂ ਬੋਲਦੇ ਆ। ਇਹਨੇ ਕਿਹੜਾ ਗੱਲ ਸੁਣਦਾ? ਜਾਂ ਤਾਂ
ਪਹਿਲਾਂ ਤਾਂ ਮੇਨ ਪ੍ਰੋਬਲਮ ਐਡਰੈਸ ਕਰਨੀ ਪਏਗੀ ਵੀ ਸਭ ਤੋਂ ਵੱਡੀ ਸਮੱਸਿਆ ਕੀ ਹੋਏਗੀ। ਇੰਨੇ ਛੋਟੇ ਸਮੇਂ ਦੇ ਵਿੱਚ ਕਿੱਥੋਂ ਤੁਸੀਂ ਪ੍ਰਚਾਰਕ ਲਿਆਓਗੇ? ਜੇ ਨਹੀਂ ਲਿਆਓਗੇ, ਇੱਕ ਸਿਸਟਮ ਚਲਾਓਗੇ, ਉਹਨੂੰ ਮੰਨੂਗਾ ਕੌਣ? ਕਿਆ ਇਹ ਉਹ ਆਪਣਾ ਚੜਾਵਾ ਛੱਡਣ ਨੂੰ ਤਿਆਰ ਹੈ? ਜੇ ਤਾਂ ਤਿਆਰ ਹੈ ਫਿਰ ਤਾਂ ਹੋ ਜਾਊਗਾ, ਜੇ ਚੜਾਵੇ ਨੂੰ ਮੂਹਰੇ ਰੱਖਣਾ ਫਿਰ ਤਾਂ ਚੜਾਵੇ ਦਾ ਇਹਦੇ ਨਾਲ ਕੀ ਮਤਲਬ ਹੈ? ਅਸੀਂ ਤਾਂ ਕਹਿੰਦੇ ਗੋਲ ਚੜਾਵਾ ਪਾਈ ਜਾਣ, ਲੋਕ ਅਸੀਂ ਹਟਾਉਂਦੇ ਨਹੀਂ। ਜੇ ਤੁਸੀਂ ਟੀਵੀ ਤੇ ਪ੍ਰਚਾਰ ਸ਼ੁਰੂ ਕਰਤਾ, ਗੁਰਦੁਆਰੇ ਕਿਹਨੇ ਜਾਣਾ? ਫਿਰ ਇਹਨਾਂ ਨੇ ਤਾਂ ਗੋਲਕ ਬੰਦ ਹੋ ਜਾਣੀ ਹੈ। ਹੋ ਜਾਵੇ ਫਿਰ ਸਾਨੂੰ ਠੇਕਾ ਲਿਆ। ਉਹ ਰਿਸਕ ਕੌਣ ਲੈਣ ਨੂੰ ਤਿਆਰ ਹੈ? ਉਹ ਟੀਵੀ ਇਹਨਾਂ ਦੇ ਗੁਰਦੁਆਰੇ 'ਚ ਨਹੀਂ ਚੱਲਦੀ, ਹੱਦ ਹੋ ਗਈ। ਟੀਵੀ 'ਚ ਗੁਰਦੁਆਰੇ ਲੋਕਾਂ ਨੇ ਟੀਵੀ ਤੇ ਥੋੜਾ ਗੱਲ ਸੁਣਨੀ ਹੁੰਦੀ, ਤਾਂ ਘਰੇ ਸੁਣਦੇ ਆ। ਉੱਥੇ ਤਾਂ ਜਾ ਕੇ ਉਹਨਾਂ ਦੀ ਗੱਲ ਸੁਣਨਾ, ਕਿ ਉਹ ਜਿਹੜੇ ਬੈਠੇ ਆ ਮੂਹਰੇ। ਲੋਕਾਂ ਦੇ ਘਰ ਘਰ ਪ੍ਰਚਾਰ ਚਲਾਉਣਾ। ਸਾਨੂੰ ਇਹਨਾਂ ਦੀ ਗੋਲਕ ਦਾ ਫਿਕਰ ਨਹੀਂ। ਉਹਨਾਂ ਨੇ ਨਹੀਂ ਲਿਖਿਆ ਵੀ ਸਾਡੀ ਗੋਲਕ ਦੀ ਨਾਲ ਸ਼ਰਤ ਹੈ। ਤੁਸੀਂ ਕੋਲੋਂ ਕਿਉਂ ਸ਼ਰਤ ਜੋੜਦੇ ਹੋ? ਨਹੀਂ ਬਾਬਾ ਜੀ, ਆਪਾਂ ਆਪਣੇ ਕਲਚਰ ਨੂੰ ਜਾਣਦੇ ਹੀ ਆ। ਆਪਾਂ ਕਿੱਥੇ ਤੱਕ ਇਹ ਇੱਕ ਚੀਜ਼ ਇੱਕ ਦਿਨ 'ਚ ਤਾਂ ਨਹੀਂ ਚੀਜ਼ ਚੇਂਜ ਹੋਊਗੀ, ਗ੍ਰੈਜੂਅਲ ਹੈ ਵੀ। ਹਾਂ, ਮੈਂ ਕਹਿੰਦਾ ਕਿਉਂ ਨਹੀਂ, ਇਹ ਤੁਹਾਡੀਆਂ ਵਿਦਵਾਨਾਂ ਵਾਲੀਆਂ ਗੱਲਾਂ ਨੇ। ਅਸੀਂ ਕਿਉਂ ਕਹੀਏ ਇਹ ਗੱਲਾਂ, ਅਨਸੈਸਰੀ ਗੱਲਾਂ? ਆਪਾਂ ਸਲਾਹ ਦੇਈ ਜਾਂਦੇ ਆ, ਤੁਸੀਂ ਐ ਨਹੀਂ ਕਰਦੇ, ਤੁਸੀਂ ਐ ਨਹੀਂ ਕਰਦੇ। ਉਹ ਸੁਣ ਕੇ ਹਟ ਜਾਣਗੇ ਕਰਨ ਤੋਂ, ਐ ਤਾਂ ਨਹੀਂ ਹਟਦੇ। ਦੇਖੋ, ਇਹਨਾਂ ਦੀ ਪ੍ਰੋਬਲਮ ਆਊਗੀ, ਇਹਨਾਂ ਦੇ ਕਾਲਜ ਨੇ, ਇਹਨਾਂ ਦਾ ਜੇ ਖਰਚਾ ਪੂਰਾ ਨਹੀਂ ਹੋਊਗਾ, ਉਹ ਆਪਣੀ ਅੱਡ ਬੇਨਤੀ ਕਰਨ। ਉਹ ਪ੍ਰੋਬਲਮ ਵੀ ਤਾਂ ਐਡਰੈਸ ਕਰਨੀ ਪਊਗੀ ਨਾ। ਅਸੀਂ ਨਹੀਂ ਕਰਨੀ, ਉਹ ਸਾਡਾ ਨਹੀਂ ਮਤਲਬ ਉਹਦੇ ਨਾਲ ਗੋਲ ਕਰਾਂ। ਮੈਂ ਕਹਦੇ ਕਰਾਂ, ਮੈਂ ਪਾਗਲ ਹਾਂ। ਮੈਂ ਪਹਿਲਾਂ ਕਿਹਾ ਵੀ ਫਿਰ ਸਲਾਹ ਦੇਣ ਦੀ ਲੋੜ ਹੀ ਨਹੀਂ ਹੈ। ਜੇ ਇਹਨਾਂ ਦੀ ਪ੍ਰੋਬਲਮ ਦਾ ਐਡਰੈਸ ਨਹੀਂ ਕਰ ਸਕਦੇ, ਤਾਂ ਕਹਿੰਦੇ ਵੀ ਸੋਲੂਸ਼ਨ ਦਿਓ ਨਾ। ਸਲਾਹ ਅਸੀਂ ਧਰਮ ਪ੍ਰਚਾਰ ਦੀ ਦੇਣੀ ਹੈ, ਗੋਲਕ ਦੀ ਨਹੀਂ ਦੇਣੀ। ਗੋਲਕ ਤਾਂ ਤੁਸੀਂ ਧਰਮ ਨੂੰ ਕੱਢ ਨਹੀਂ ਸਕਦੇ। ਇਹ ਤਾਂ ਤੁਹਾਨੂੰ 50 ਸਾਲ ਲੱਗਣਗੇ ਇਸ ਗੱਲ ਨੂੰ। ਤਾਂ ਇੱਕ ਦਿਨ 'ਚ ਤਾਂ ਹੋਣ ਵਾਲੀ ਗੱਲ ਨਹੀਂ ਹੈ, ਤਾਂ ਹੌਲੀ ਹੌਲੀ ਜਾਊ। ਤੈਨੂੰ ਲੱਗਦਾ ਹੈ, ਸਾਨੂੰ ਮੈਨੂੰ ਨਹੀਂ ਲੱਗਦਾ। ਤੈਨੂੰ ਲੱਗਦਾ ਹੋਊ ਨਾ। ਇਹ ਹੈ ਜਿਹੜੀ ਗੱਲ ਤੂੰ ਕਹਿੰਦਾ, ਹੈ ਨਹੀਂ ਇਹ। ਨਾ 50 ਸਾਲ ਲੱਗਣ। ਨਹੀਂ, ਉਹ ਕਿਹੜਾ ਬੰਦਾ ਜਿਹਦੀ ਸਾਰੀ ਪੰਥ ਗੱਲ ਸੁਣ ਲੂਗਾ? ਉਹ ਬੰਦਾ ਕਿਹੜਾ ਲਿਆਵਾਂਗੇ ਜਿਹਦੀ ਸਾਰੀ ਸੁਣੋ? ਉਹ ਕਹਿਣਗੇ ਅਸੀਂ ਤਾਂ ਸੁਣਨੀ ਨਹੀਂ। ਇਹ ਨਹੀਂ ਸੁਣਦੇ, ਇਹਦੇ ਸਾਤੋਂ ਅਗੇਂਸਟ ਬੋਲਦਾ। ਜਿਹੜਾ ਨਹੀਂ ਸੁਣੂਗਾ ਉਹ ਸਿੱਖ ਨਹੀਂ। ਅਸੀਂ ਸਾਰਿਆਂ ਨੂੰ ਸੁਣਾਉਣੀ ਨਹੀਂ, ਠੇਕਾ ਲਿਆ। ਅਸੀਂ ਗੱਲ ਕਹਿਣੀ ਹੈ। ਤੁਹਾਨੂੰ ਕਿਹਨੇ ਕਿਹਾ ਵੀ ਸਾਰਿਆਂ ਨੂੰ ਸੁਣਾਉਣੀ ਹੈ? ਜਿਹੜਾ ਕਹੂਗਾ ਉਹਨੂੰ ਗਾਹਾਂ ਕੋਈ ਸੁਣੂਗਾ ਵੀ ਕਿ ਨਹੀਂ, ਜਾਂ ਉਹਨੂੰ ਅਪੋਜ਼ ਕਰੂਗਾ, ਜਾਂ ਉਹਦੇ ਨਾਲ ਲੜੂਗਾ? ਸਾਰੇ ਸਵਾਲ ਕਾਲਪਨਿਕ ਨੇ। ਇਹ ਤਾਂ ਕਾਲਪਨਿਕ ਸਵਾਲ ਨੇ ਸਾਰੇ। ਗੁਰਮਤਿ ਮੈਂ ਤਾਂ ਪ੍ਰੈਕਟੀਕਲੀ ਜੋ ਬੋਲਣਾ, ਤੁਸੀਂ ਗੁਰਦੁਆਰੇ ਇੱਕ ਦਿਨ ਇਹ ਸਿਸਟਮ ਕਰਕੇ ਦੇਖ ਲਓ, ਦੂਏ ਦਿਨ ਅਸੀਂ ਗੁਰਦੁਆਰੇ ਨਾ ਬਣਾਏ ਨੇ, ਨਾ ਸਾਨੂੰ ਲੋੜ ਹੈ। ਫਿਰ ਆਪਾਂ ਨੂੰ ਸਲਾਹ ਦੇਣ ਦੀ ਲੋੜ ਹੈ। ਇਹਨਾਂ ਨੇ ਸਿਸਟਮ ਇਹਨਾਂ ਦਾ ਬਦਲ ਨਹੀਂ ਸਕਦਾ। 100 ਸਾਲ ਸਿਸਟਮ ਬਦਲ ਹੋਊਗਾ ਇਹਨਾਂ ਦਾ। ਉਹ ਨਾ ਬਦਲ ਸੰਗਤ ਬਦਲਣੀ, ਅਸੀਂ ਇਹਨਾਂ ਨੂੰ ਨਹੀਂ ਬਦਲਣਾ। ਸੰਗਤ ਭੁੱਲ ਜਾਓ ਤੁਸੀਂ, ਸੰਗਤ ਨਹੀਂ ਬਦਲਦੀ ਹੁੰਦੀ। ਸੰਗਤ ਤਾਂ ਗੁਰੂਆਂ ਤੋਂ ਨਹੀਂ ਬਦਲੀ, ਸਾਤੋਂ ਕਿੱਥੋਂ ਬਦਲ ਜੂਗੀ? ਉਹ ਜਿਹੜੇ 2-4 ਜਿਹੜੇ ਬਿਰਲੇ ਆ, ਉਹਨਾਂ ਨੇ ਤਾਂ ਉਵੇਂ ਜਿਹੜਾ ਇਹ ਕਹਿੰਦਾ ਉਹ ਜਿਹੜਾ ਇਹ ਕਹਿੰਦਾ ਹਥਿਆਰ ਛੱਡ ਦੇ, ਗੁਰਬਾਣੀ ਨਾ ਸੁਣੇ, ਨਾ ਗੱਲ ਕਰਿਆ ਨਾ ਕਰ, ਤੂੰ ਇਹ ਗੱਲ ਛੱਡ ਦੇ। ਫਿਰ ਜੇ ਤੇਰੀ ਇੰਨਾ ਹੌਸਲਾ ਨਹੀਂ ਹੈ, ਫਿਰ ਕਹਿੰਦਾ ਮੈਂ ਜੱਪ ਆਇਆ ਤਾਂ, ਜੇ ਤੈਨੂੰ ਯਕੀਨ ਨਹੀਂ ਹੈ, ਫਿਰ ਤੂੰ ਤਾਂ ਕਹਿਣ ਦੇ ਲਾਇਕ ਹੀ ਨਹੀਂ ਇਹ ਗੱਲ। ਮੈਂ ਤਾਂ ਪਿਛਲੇ 50 ਸਾਲਾਂ ਚ ਡੀਗ੍ਰੇਡੇਸ਼ਨ ਦੇਖ ਰਿਹਾ ਵੀ ਉੱਪਰੋਂ ਥੱਲੇ ਨੂੰ ਜਾ। ਮੈਨੂੰ ਠੇਕਾ ਨਹੀਂ ਹੋਇਆ, ਤੂੰ ਕੀ ਦੇਖਦਾ? ਮੈਂ ਤੈਨੂੰ ਕਰਕੇ ਦਿਖਾਊਂਗਾ, ਤੂੰ ਗੱਲਾਂ ਮਾਰਦਾ। ਤੇਰੇ ਸਾਹਮਣੇ ਆਪਾਂ ਕਿੰਨੇ ਗੁਰਦੁਆਰਿਆਂ ਚ ਜਾ ਕੇ ਬੋਲੇ ਆ ਕਿ ਲੋਕ ਸਾਡੀ ਗੱਲ ਸੁਣ ਲੈਣਗੇ। ਅਸੀਂ ਗੁਰਦੁਆਰੇ ਹੈ, ਫਿਰ ਉਹੀ ਗੱਲ, ਪਾਗਲੀਆਂ ਗੱਲਾਂ, ਫਜ਼ੂਲ ਗੱਲ ਤੇਰੀ ਸਾਰੀ, ਬਿਲਕੁਲ ਫਜ਼ੂਲ। ਸਿਸਟਮ ਤਾਂ ਇਹੀ ਯੂਜ਼ ਕਰੋਗੇ, ਸਿਸਟਮ ਹੈ ਤਾਂ ਨਹੀਂ ਬਦਲ ਦੋਗੇ ਤੁਸੀਂ ਵੀ? ਤਾਂ ਕਹਿ ਦੋਗੇ ਸਿਸਟਮ ਤਾਂ ਇਹੀ ਚੱਲੂਗਾ ਆਪਣਾ, ਸਿਸਟਮ ਦੇ ਵਿੱਚ ਬਦਲੂਗਾ, ਫਿਰ ਹੌਲੀ ਹੌਲੀ ਬਦਲਦਾ। ਅਸੀਂ ਕੀ ਲੈਣਾ ਸਿਸਟਮ ਤੇ? ਅਸੀਂ ਗੱਲ ਪਹੁੰਚਾਉਣੀ ਹੈ। ਇੰਟਰਨੈਟ ਤੇ ਗੱਲ ਪਹੁੰਚ ਗਈ ਨਾ, ਸਾਰੇ ਪਹੁੰਚੀ ਜਾਂਦੀ ਹੈ ਰੋਜ਼। ਉਹ ਕਿਵੇਂ ਪਹੁੰਚ ਗਈ? ਸਿਸਟਮ ਕਿੱਥੇ ਹੈ? ਫੜ ਕੇ ਦਿਖਾਵੇ ਥੱਲੇ। ਇਹ ਸਾਰੇ ਹੀ ਗੁਰਦੁਆਰੇ, ਮੰਦਿਰ, ਮਸਜਿਦਾਂ, ਕੋਈ ਵੀ ਨਹੀਂ ਧਰਮ ਫੈਲਾ ਸਕਦਾ। ਸਾਰਿਆਂ ਦੇ ਚੱਲਦੇ ਆ, ਸਾਰੇ ਚੱਲਦੇ ਆ, ਮੰਨਦੇ ਤਾਂ ਸਾਰੇ ਹੀ। ਬੰਦ ਤਾਂ ਹੋ ਨਹੀਂ ਰਹੇ, ਵੱਧ ਰਹੀ ਹੈ ਨਾ। ਤੈਨੂੰ ਕੌਨਫੀਡੈਂਸ ਨਹੀਂ ਹੈ ਫਿਰ ਗੁਰਬਾਣੀ ਤੇ? ਨਾ ਤੈਨੂੰ ਅਜੇ ਸਮਝ ਆਈ ਆ ਗੁਰਬਾਣੀ ਦੀ, ਨਾ ਤੇਰਾ ਕੌਨਫੀਡੈਂਸ ਹੈ। ਹੁਣ ਤਾਂ ਇਹਨਾਂ ਪਤਾ ਵੀ ਬਿਰਲੇ ਹੁੰਨੇ ਆ, ਬਾਕੀ ਤਾਂ ਸਭ ਬਿਹਾਰੀ। ਪ੍ਰਚਾਰ ਦੀ ਗੱਲ ਅਲੱਗ ਹੈ। ਤੂੰ ਮੰਨਣ ਨੂੰ ਕਹਿੰਦੇ, ਮੈਂ ਪ੍ਰਚਾਰ ਦੀ ਗੱਲ ਕਹਿੰਦਾ। ਉਹ ਪ੍ਰਚਾਰ ਦੀ ਗੱਲ ਕਹਿੰਦੇ, ਮੰਨਣ ਦੀ ਗੱਲ ਹੀ ਨਹੀਂ ਹੋ ਰਹੀ।
ਤੂੰ ਕਨਫਿਊਜ਼ ਹੈ ਅਸਲ ਦੇ ਵਿੱਚ ਆਪ। ਬਾਬਾ ਜੀ ਪ੍ਰਚਾਰ ਕਿਵੇਂ ਬਦਲੋਗੇ? ਇੱਕ ਦਿਨ ਚ ਬਦਲੋਗੇ ਕਿ 20 ਸਾਲ ਚ ਬਦਲੋਗੇ? ਦੱਸੋ। ਨਹੀਂ ਨਹੀਂ, ਗੱਲ ਉਹ ਨਹੀਂ ਹੈ ਗੁਰਜੀਤ ਵੀਰ ਜੀ। ਉਹ ਜੋ ਬਾਬਾ ਜੀ ਗੱਲ ਕਹਿ ਰਹੇ ਨੇ, ਉਹ ਤਾਂ ਕਹਿ ਰਹੇ ਆਪਾਂ ਤਾਂ ਗੱਲ ਕਹਿ ਦੇਣੀ ਹੈ। ਉਹ ਭਾਈ ਪ੍ਰੈਕਟੀਕਲੀ ਜੋ ਕਹੋ ਉਹ ਕਹਿਣਗੇ ਅਸੀਂ ਨਹੀਂ ਕਰ ਸਕਦੇ, ਤੁਹਾਡੀ ਗੱਲ ਆਪਣੀ ਆਪਣੇ ਕੋਲ ਰੱਖੋ। ਨਹੀਂ ਨਹੀਂ, ਆਪਾਂ ਤਾਂ ਉਹਨਾਂ ਨੂੰ ਕਹਿ ਹੀ ਨਹੀਂ ਰਹੇ ਸਾਡੀ ਗੱਲ ਕਹੋ, ਇਹ ਗੱਲ ਤਾਂ ਹੋਣੀ ਕਿਸੇ ਨਹੀਂ ਨਾ। ਨੂੰ ਵੀ ਆਪਾਂ ਕਹਾਂਗੇ ਤੁਸੀਂ ਸਿਸਟਮ ਤੋਂ ਬਾਹਰ ਜਾ ਕੇ ਥੋੜਾ ਗੱਲ ਕਰ ਲਓਗੇ। ਨਹੀਂ ਨਹੀਂ, ਸਿਸਟਮ ਦੇ ਵਿੱਚ ਰਹਿ ਕੇ ਕਰੋ। ਸਿਸਟਮ 'ਚ ਵੜਨਾ ਹੀ ਨਹੀਂ ਵੀਰ ਜੀ, ਆਪਾਂ ਉਹਨਾਂ ਦੇ ਸਿਸਟਮ 'ਚ ਨਹੀਂ। ਉਹ ਫਿਰ ਉਹਨਾਂ ਨੂੰ ਫਿਰ ਤੁਸੀਂ ਭੁੱਲ ਜਾਓ ਵੀ ਤੁਹਾਡੀ ਉਹ ਗੱਲ ਸੁਣ ਲੈਣਗੇ। ਨਹੀਂ ਨਹੀਂ, ਆਪਾਂ ਉਹਨਾਂ ਨੂੰ ਜੇ ਨਾਲ ਉਹਨਾਂ ਨੂੰ ਗੱਲ ਦੇਣੀ ਹੈ, ਉਹਨਾਂ ਨੂੰ ਕੋਈ ਤਾਂ ਸਪੋਰਟ ਵੀ ਚਾਹੀਦੀ ਹੈ ਨਾ। ਨਹੀਂ ਨਹੀਂ, ਤੁਸੀਂ ਗੁਰੂ ਘਰ ਤੇ ਦੇਖੋ ਨਾ, ਗੁਰੂ ਘਰ ਨੇ ਕਿਵੇਂ ਪ੍ਰਚਾਰ ਕਰ ਲਿਆ, ਉਸ ਸਿਸਟਮ ਥੋੜੀ। ਉਹ ਭੁੱਲ ਜਾਓ, ਉਹ ਉਸ ਸਮੇਂ ਦੀਆਂ ਗੱਲਾਂ ਗਈਆਂ। ਉਹ ਹੁਣ ਜੀ ਜੋ ਗੱਲ ਹੈ ਉਹ ਦੇਖੋ ਵੀ ਹੁਣ ਸਿਸਟਮ ਚੱਲ ਰਿਹਾ, ਇਹਨੂੰ ਕਿਵੇਂ ਚੇਂਜ ਕਰਾਂਗੇ? ਆ ਗੱਲ ਜਿਹੜੀ ਹੈ ਨਾ, ਜਿਹੜੀ ਤੈਂ ਹੁਣ ਕਹੀ ਹੈ ਭੁੱਲ ਜਾਓ, ਇੱਥੋਂ ਪਤਾ ਲੱਗਦਾ ਤੇਰੇ ਅੰਦਰ ਆਪ ਮੰਨਣ ਦੀ ਸ਼ਕਤੀ ਨਹੀਂ ਹੈ। ਬਾਬਾ ਜੀ ਮੇਰੇ ਅੰਦਰ ਤਾਂ ਹੈਗੀ ਹੈ। ਮੈਂ ਤਾਂ ਜਿੱਥੇ ਜਾ ਕੇ ਬਥੇਰੇ, ਮੈਂ ਤਾਂ ਹੁਣ ਛੁੱਟੀ ਜਗ੍ਹਾ 50 ਬੰਦਿਆਂ ਨਾਲ ਮਿਲਦਾ, ਰੋਜ਼ ਇਹੀ ਕੰਮ ਕਰਦੇ ਹਾਂ ਅਸੀਂ। ਤੂੰ ਜਿਹੜਾ ਕੁਝ ਕਰਦਾ ਗੱਪ ਕਰਨਾ ਕਰਦਾ ਸਾਰਿਆਂ ਨਾਲ, ਮੈਨੂੰ ਪਤਾ ਹੈ ਵੀ ਤੋਂ ਲੜਾਈ ਹੁੰਦੀ ਹੈ। ਇਹ ਕੰਮ ਕਰਨ ਵਾਲਾ ਨਹੀਂ ਹੈ ਜਿਹੜਾ ਤੂੰ ਕਰਦਾ। ਜਿਹੜਾ ਕਰਨ ਉਹਦਾ ਤੈਨੂੰ ਪਤਾ ਹੀ ਨਹੀਂ ਕਰਨਾ ਕੀ ਹੈ। ਤੁਸੀਂ ਆਪਣੀ ਗੱਲ ਕਹਿਣੀ ਹੈ, ਗੱਲ ਕਹਿ ਦੇਣੀ ਹੈ, ਠੀਕ। ਕੋਈ ਮੰਨੇ ਉਹ ਭਗਤਾਂ ਨੇ ਜਿੰਨਿਆਂ ਨੇ ਗੱਲ ਕਹੀ ਆ, ਉਦੋਂ ਉਹਨਾਂ ਨੇ ਕਹਿਤੀ, ਅੱਜ ਤਾਈਂ ਲੋਕ ਗੂੰਜਦੀ ਹੈ ਅਸਮਾਨ 'ਚ ਗੱਲ। ਗ੍ਰੰਥਾਂ 'ਚ ਗੂੰਜਦੀ ਹੈ, ਲੋਕਾਂ 'ਚ ਤਾਂ ਨਹੀਂ ਨਾ ਗੂੰਜਦੀ। ਲੋਕ ਤਾਂ ਉਹ ਪਹਿਲਾਂ ਨਾਲੋਂ ਵੀ ਥੱਲੇ ਵਾਲੀ ਅਵਸਥਾ ਜਾਈ ਜਾ ਰਹੀ ਹੈ। ਪੜ੍ਹਾਈ ਦਾ ਸਟੈਂਡਰਡ ਇਹਨਾਂ ਵੱਧ ਗਿਆ ਹੈ, ਲੋਕਾਂ ਦੀ ਜਿਹੜੀ ਕਾਮਨ ਸੈਂਸ ਹੈ ਉਹ ਥੱਲੇ ਜਾਈ ਜਾਂਦੀ। ਪਹਿਲਾਂ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਲੋਕ ਇੰਨੇ ਬੇਈਮਾਨ ਨਹੀਂ ਸੀ, ਜੇ ਤੁਸੀਂ ਆਪੇ ਕਹਿੰਦੇ ਹੋ ਪੜ੍ਹਾਈ ਨੇ ਬੇਈਮਾਨ ਕਰਤੇ। ਇਹ ਵੀ ਪ੍ਰੋਬਲਮ ਹੈਗੀ ਨਾ ਇੱਕ। ਜਿਹੜੇ ਸਾਨੂੰ ਲੀਡ ਕਰਦੇ ਨੇ ਵਰਡ ਨੂੰ, ਉਹਨਾਂ ਨੇ ਕਿਵੇਂ ਮੰਨ ਲਿਆ ਵੀ ਸੱਚ ਗੁਰੂ ਨਾਨਕ ਦਾ ਠੇਕਾ, ਗੁਰੂ ਨਾਨਕ ਆਪਣੀ ਗੱਲ ਕਹਿ ਗਿਆ, ਅਸੀਂ ਆਪਣੀ ਗੱਲ ਕਹਿਣੀ ਹੈ। ਨਹੀਂ, ਪਰ ਜਿਵੇਂ ਅਸੀਂ ਕਹੀ ਇਹ ਗੱਲ, ਸਾਨੂੰ ਪਹਿਲਾਂ ਵੀ ਸਾਡਾ ਸਭ ਤੋਂ ਵੱਡਾ ਮਸਲਾ ਆ ਹੈ, ਨੰਬਰ 1 ਪ੍ਰੈਫਰੈਂਸ ਇਹ ਹੈ ਇੱਕ ਬੰਦਾ ਕਰੇ। ਕਹਿੰਦੇ ਵੀ ਜੋ ਅਕਾਲ ਤਖਤ ਇਹ ਕਹਿ ਰਹੇ ਨੇ ਧਰਮ ਦੇ ਨਾਂ ਤੇ ਉਹ ਗਲਤ ਹੈ, ਇਹਨਾਂ ਨੇ ਮੰਨ ਲਿਆ ਵੀ ਉਹ ਗਲਤ। ਉਹਨਾਂ ਨੂੰ ਕਿਹੜਾ ਨਹੀਂ ਪਤਾ ਹੋਊਗਾ ਵੀ ਗਲਤ ਹੈ। ਹੁਣ ਤੱਕ ਦਾ ਰਿਜ਼ਲਟ ਇਹ ਹੈ ਵੀ ਇਹਨਾਂ ਨੇ ਉਹ ਮੰਨ ਲਿਆ ਅੱਜ ਵੀ ਉਹ ਗਲਤ ਹੈ। ਅੱਗੇ ਜੋ ਸਹੀ ਕਰਨਾ ਹੈ ਉਹਦੇ ਵਾਸਤੇ ਆਪਾਂ ਦੱਸ ਰਹੇ ਹਾਂ ਨਾ, ਆਪਾਂ ਉਹ ਮੰਨਦੇ ਹਾਂ ਸਹੀ। ਸਾਨੂੰ ਜਿੱਦਣ ਸਹੀ ਅਸੀਂ ਕਰਾਂਗੇ, ਜੱਜ ਭੱਜਣਗੇ ਗੁਰਦੁਆਰੇ ਛੱਡ ਕੇ। ਪਹਿਲਾਂ ਇਹ ਨਹੀਂ ਭੱਜਣਾ, ਕੋਈ ਨਹੀਂ ਭੱਜਦਾ ਹੁੰਦਾ। ਜਿਹਨਾਂ ਦਾ ਕਾਬੂ ਹੈ, ਲੋਕ ਕਰੋੜ ਰੁਪਏ ਲਾ ਦਿੰਦੇ ਇੱਥੇ, ਸਾਨੂੰ ਪਤਾ। ਗੱਲਾਂ ਕਾਲਪਨਿਕ ਨੇ ਸਾਰੀਆਂ। ਬਾਬਾ ਜੀ ਇੱਥੇ ਤੁਸੀਂ ਮੈਨੂੰ ਇੱਕ ਗੁਰਦੁਆਰਾ ਦਿਖਾ ਦਿਓ ਜਿੱਥੇ ਜਿਹੜਾ ਨਹੀਂ ਇੱਥੇ ਕੋਰਟ ਤੋਂ ਰਿਹਾ ਫਿਰਦਾ। ਕਮਲੀਆਂ ਮਾਰੀ ਜਾਂਦਾ ਤੂੰ। ਅਜੇ ਜਾਗਰੂਕ ਕੌਣ? ਜਾਗਰੂਕ ਇੱਕ ਅੱਧਾ ਹੋਊਗਾ, ਬਾਕੀ ਤਾਂ ਕਮਲਿਆਂ ਨਾਲ ਰਲੇ ਹੋਏ ਸਭ। ਤੂੰ ਜਾਣਦੇ ਵਿਦਵਾਨ ਵਾਲੀਆਂ ਗੱਲਾਂ ਨਹੀਂ ਪਊਦੀਆਂ। ਚਲੋ ਠੀਕ ਹੈ, ਪਤਾ ਆਉਣ ਵਾਲੇ ਸਮੇਂ ਦੀ ਆਪਾਂ ਇੰਤਜ਼ਾਰ ਕਰੀਏ, ਸਮੇਂ ਦਾ ਇੰਤਜ਼ਾਰ ਕਰੀਏ। ਇੰਨਾ ਕਿਵੇਂ ਹੋ ਗਿਆ? ਇਹਨਾਂ ਦਾ ਐਡਮਿਟ ਕਰ ਜਾਣਾ ਵੱਡੀ ਗੱਲ ਹੈ, ਪ੍ਰਚਾਰ ਹੋਣਾ ਸੌਖੀ ਗੱਲ ਹੈ, ਐਡਮਿਟ ਕਰਨਾ ਹੀ ਵੱਡੀ ਗੱਲ ਹੈ। ਇਹ ਵੀ ਬਹੁਤ ਵੱਡੀ ਗੱਲ ਹੈ ਵੀ ਉਹਨਾਂ ਨੇ ਅਖਬਾਰ 'ਚ ਗੋਡੇ ਟੇਕ ਜਿਵੇਂ ਗੋਡੇ ਤਾਂ ਟੇਕਦੇ ਉਹਨਾਂ ਨੇ। ਐ ਨਹੀਂ ਹੈਗਾ ਵੀ ਇੱਥੇ ਅਸੀਂ ਘੰਟਾ ਕਰਕੇ ਆਪਣੇ ਵੇਲੇ ਕੰਮੀ ਲੱਗ ਗਏ ਫੇਰ ਹੋ ਜਾਊਗਾ, ਫੇਰ ਨਹੀਂ ਹੋਣਾ, ਏਦਾਂ ਨਹੀਂ ਹੋਣਾ ਹੁੰਦਾ। ਜੋ ਕੁਝ ਸਾਡਾ ਪ੍ਰੋਗਰਾਮ ਹੈ, ਮੈਨੂੰ ਪਤਾ ਜੋ ਕਰਨਾ ਕਿਵੇਂ ਕਰਨਾ, ਤੁਹਾਨੂੰ ਕੀ ਪਤਾ? ਤੁਹਾਡਾ ਆਪਣਾ ਪ੍ਰੋਗਰਾਮ ਹੈ, ਮੇਰਾ ਆਪਣਾ ਪ੍ਰੋਗਰਾਮ ਹੈ। ਜੇ ਮੈਂ ਕੋਈ ਟਾਈਮ ਲਾਇਆ, ਗੋਡੇ ਵੀ ਟੇਕਦੇ ਇਹਨਾਂ ਨੇ, ਕੋਈ ਮਜ਼ਾਕ ਦੀ ਗੱਲ ਨਹੀਂ ਹੈ, ਇਹ ਛੋਟੀ ਗੱਲ ਨਹੀਂ ਹੈ। ਬਹੁਤ ਵੱਡੀ ਗੱਲ ਹੈ ਬਾਬਾ ਜੀ, ਇਹ ਬਹੁਤ ਵੱਡੀ ਗੱਲ ਹੈ ਜੀ। ਬਿਨਾਂ ਸਟੇਜ ਹੁੰਦੇ ਹੋਏ, ਬਿਨਾਂ ਕੋਈ ਸਟੇਜ ਹੁੰਦੇ ਹੋਏ ਵੀ ਇੰਨਾ ਪ੍ਰਚਾਰ ਹੋਇਆ ਹੈ। ਸਾਰੇ ਪ੍ਰਚਾਰਕ ਆਪਾਂ ਨੂੰ ਸੁਣਦੇ ਵੀ ਆ, ਸਾਰੇ ਪ੍ਰਚਾਰਕ ਕੁਛ ਤਾਂ ਉਹਨਾਂ ਨੂੰ ਪਤਾ ਵੀ ਆ, ਸਾਰੇ ਪ੍ਰਚਾਰਕਾਂ ਨੂੰ, ਸਾਰਿਆਂ ਨੂੰ ਇਹ ਪਤਾ ਹੈ। ਨਹੀਂ ਗੱਲ ਬਣ ਜਾਣੀ ਮੇਰੀ ਗੱਲ, ਇਹ ਤੁਹਾਡੀ ਗੱਲ ਠੀਕ ਹੈ। ਪੋਜ਼ਿਟਿਵ ਰਹਿਣਾ, ਥੋੜਾ ਪੋਜ਼ਿਟਿਵ ਰਹਿਣਾ ਚਾਹੀਦਾ। ਬਿਲਕੁਲ ਪੋਜ਼ਿਟਿਵ ਰਹੋ, ਬਾਕੀ ਜੋ ਹੈ ਉਹ ਗੁਰੂ ਆਪ ਕਿਰਪਾ ਕਰੂਗਾ ਜੀ। ਗੁਰੂ ਕਿਹੜੇ ਕੋਈ ਜਾੜਾ ਹੈ। ਇਹਨਾਂ ਦੀ ਗੱਲ ਨਾ ਈਸਾਈਆਂ ਨੂੰ ਚੰਗੀ ਲੱਗੇ, ਨਾ ਮੁਸਲਮਾਨਾਂ ਨੂੰ ਚੰਗੀ ਲੱਗੇ, ਨਾ ਹਿੰਦੂਆਂ ਨੂੰ ਚੰਗੀ ਲੱਗੇ। ਹਾਂਜੀ ਹਾਂਜੀ, ਚੰਗੀ ਜਾਂ ਆਪਣੇ ਵਾਲੀ ਬੋਲੀ ਬੋਲਣਗੇ, ਨਹੀਂ ਲੱਗਣੀ ਉਹ ਨਹੀਂ।
ਬਾਬਾ ਜੀ ਜਿਹੜਾ ਕਹਿਣ ਦਾ ਮੁੱਦਾ ਸੀ ਨਾ ਵੀਰ ਜੀ ਦਾ, ਉਹ ਵੀ ਇੱਕ ਆਪਣੇ ਪੱਖ ਤੇ ਠੀਕ ਗੱਲ ਕਰ ਰਹੇ ਸੀ। ਗੱਲ ਕਹਿਣ ਤੋਂ ਭਾਵੇਂ ਸੀ ਕਿ ਵੀ ਪ੍ਰੈਕਟੀਕੈਲਿਟੀ 'ਚ ਅੜਚਣਾਂ ਆਉਣਗੀਆਂ ਸਾਨੂੰ ਜਦੋਂ ਅਸੀਂ ਚੱਲਾਂਗੇ, ਪਰ ਕੋਈ ਨਹੀਂ, ਆਪਾਂ ਪੋਜ਼ਿਟਿਵ ਰਹਿ ਕੇ ਆਪਣਾ ਪ੍ਰੋਗਰੈਸ ਕਰੀਏ ਤਾਂ ਹੀ ਚੱਲ ਸਕਦੇ ਹਾਂ ਜੀ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਸਾਰਾ ਪ੍ਰਚਾਰ ਕਰ ਦਾਂਗੇ ਲੋਕ ਸਾਨੂੰ ਮੰਨ ਲੈਣਗੇ। ਠੀਕ ਆ, ਠੀਕ ਹੈ ਜੀ। ਪਰ ਸਾਡੇ ਪ੍ਰਚਾਰ ਨਾਲ ਅਸ਼ਾਂਤੀ ਘਟੂਗੀ, ਸ਼ਾਂਤੀ ਵਧੂਗੀ। ਧਰਮ ਦਾ ਮਤਲਬ ਸ਼ਾਂਤੀ ਪੈਦਾ ਕਰਨੀ, ਠੀਕ ਹੈ ਜੀ। ਸ਼ਾਂਤੀ ਘਟਾਉਣੀ। ਇਹ ਪ੍ਰੈਕਟੀਕਲ ਜਿਹੜਾ ਹੈ ਧਰਮ ਦਾ ਫਾਇਦਾ ਹੋਊਗਾ ਲੋਕਾਂ ਨੂੰ। ਡਿਪਰੈਸ਼ਨ ਘਟ ਰਿਹਾ ਹੈ, ਘਟੂਗਾ ਲੋਕਾਂ 'ਚ। ਹਾਂਜੀ ਹਾਂਜੀ। ਜੇ ਕੋਈ ਪੂਰਾ 100% ਹੀ ਨਹੀਂ ਮੰਨੂਗਾ, ਉਹ 5-10% ਵੀ ਮੰਨਿਆ, 5% ਤਾਂ ਵੀ ਕੋਈ ਬੁਰਾ ਤਾਂ ਨਹੀਂ ਸੋਚੂ ਕਿਸੇ ਦਾ। ਇੰਨਾ ਹੀ ਬੰਦ ਕਰ ਦੇਣਾ, ਇਹੀ ਬਹੁਤ ਹੈ। ਇਹੀ ਬਹੁਤ ਵੱਡੀ ਗੱਲ ਹੈ ਜੀ। ਇਹ ਕਿਸੇ ਬਾਰੇ ਬੁਰਾ ਸੋਚਣਾ ਬੰਦ ਹੋ ਜਾਵੇ, ਇੰਨਾ ਹੀ ਬਹੁਤ ਹੈ। ਬਹੁਤ ਬੜੀ ਅਚੀਵਮੈਂਟ ਹੈ ਜੀ। ਜੇ ਅਸੀਂ ਸਮਝਾ ਦਈਏ ਭਾਈ ਹੁਕਮ ਦੇ ਬਿਨਾਂ ਸਭ ਕੁਝ ਹੁੰਦਾ ਹੈ, ਹੁਕਮ ਦੇ ਬਿਨਾਂ ਕੁਝ ਵੀ ਨਹੀਂ ਹੁੰਦਾ। ਜੇ ਤੁਸੀਂ ਇਹ ਗੱਲ ਮੰਨਦੇ ਹੋ ਵੀ ਹੁਕਮ ਨਾਲ ਹੁੰਦਾ ਸਭ ਕੁਝ, ਫਿਰ ਆਪਣੇ ਕਰਨ ਨਾਲ ਵੀ ਨਹੀਂ ਕੁਝ ਕਿਸੇ ਦਾ ਬੁਰਾ ਹੁੰਦਾ। ਸੋਚਣ ਨਾਲ ਤਾਂ ਹੋਣਾ ਹੀ ਕੀ ਹੈ, ਹੋਣਾ ਹੀ ਕੀ ਹੈ। ਹਾਂ ਠੀਕ ਹੈ। ਘੱਟੋ ਘੱਟ ਸੋਚਣਾ। ਫਿਰ ਆਪਾਂ ਸੋਚੀਏ ਕਿਉਂ, ਸੋਚਣਾ ਹੀ ਨਾ ਬੰਦ ਕਰ ਦਈਏ। ਹੋਰ ਜਾਂ ਹੁੰਦਾ ਹੀ ਨਹੀਂ ਕੁਝ। ਅਰੇ ਇਹ ਗੱਲ ਤੋਂ ਤਕਲੀਫ ਕਿਹਨੂੰ ਹੋਊਗੀ? ਸੁਣਨ ਲੱਗੇ ਕਿਸੇ ਨੂੰ ਵੀ ਨਹੀਂ ਹੋਣੀ, ਕਿਸੇ ਨੂੰ ਵੀ ਨਹੀਂ ਹੋਣੀ। ਸਾਰੇ ਕਹਿਣਗੇ ਵੀ ਗੱਲ ਠੀਕ ਆ ਭਾਈ। ਇਹ ਉਹ ਵੀ ਤਾਂ ਵਿੱਚ ਹੀ ਹੈ, ਉਹਦਾ ਵੀ ਨਹੀਂ ਕੋਈ ਬੁਰਾ ਸੋਚੂ। ਉਹਦਾ ਵੀ ਨਹੀਂ ਸੋਚਦਾ ਕਿਸੇ ਨੇ। ਨਾਲੇ ਅਸੀਂ ਸਾਰੇ ਧਰਮਾਂ ਨੂੰ ਨਾਲ ਰੱਖ ਕੇ ਚੱਲ ਰਹੇ ਨਾ, ਵੀ ਸਾਰਿਆਂ ਦੇ ਭਲੇ ਦੀ ਗੱਲ ਕਰ ਰਹੇ ਨਾ। ਉਹ ਇਕੱਲੀ ਇੱਕ ਧਰਮ ਦੀ ਗੱਲ ਕਰ ਰਹੇ ਨੇ, ਧਰਮ ਬਣਾ ਰਹੇ ਨੇ ਬਾਹਰੇ, ਉਹਦੇ ਫਿਰ ਪ੍ਰਚਾਰ ਦੀ ਗੱਲ ਕਰ ਰਹੇ ਨੇ। ਅਸੀਂ ਸਾਂਝੀਵਾਲਤਾ ਦੀ ਗੱਲ ਕਰ ਰਹੇ ਹਾਂ। ਸਾਡਾ ਧਰਮ ਹੀ ਸਾਂਝੀਵਾਲਤਾ ਦੀ ਗੱਲ ਕਰ ਰਿਹਾ। ਜੋ ਸਾਂਝੀਵਾਲਤਾ ਦੀ ਗੱਲ ਨਹੀਂ ਕਰ ਰਹੇ, ਉਹ ਧਰਮ ਦੀ ਗੱਲ ਨਹੀਂ ਕਰ ਰਹੇ। ਬਈ ਹੁਣ ਆਪਾਂ ਸਿੱਖੀ ਦੀ ਗੱਲ ਕਰੀਏ, ਸਿੱਖਾਂ ਦੀ ਗੱਲ ਛੱਡ ਦਈਏ। ਹਾਂਜੀ, ਜਿਹੜਾ ਸਿੱਖਾਂ ਦੀ ਗੱਲ ਕਰਦਾ ਉਹ ਸਿੱਖੀ ਦੀ ਗੱਲ ਨਹੀਂ ਕਰ ਸਕਦਾ। ਸਿੱਖਾਂ ਦੀ ਕਰਨ ਵੇਲੇ ਸਿੱਖਾਂ ਦੀ ਗੱਲ ਗਾਇਬ ਹੋ ਜਾਂਦੀ ਹੁੰਦੀ ਹੈ। ਉਹ ਆਦਮੀ ਸਿੱਖੀ ਦੀ ਗੱਲ ਕਰੇ ਨਹੀਂ ਸਕਦਾ ਜਿਹਨੂੰ ਸਿੱਖਾਂ ਦਾ ਫਿਕਰ ਹੈ। ਸਿੱਖੀ ਦੀ ਗੱਲ ਉਹ ਕਰ ਸਕਦਾ ਜਿਹਨੂੰ ਸਭ ਦਾ ਫਿਕਰ ਹੈ। ਸਭ ਦਾ ਫਿਕਰ ਹੈ, ਪਰਮੇਸ਼ਰ ਨੂੰ ਉਹਨੇ ਗੱਲ ਕੀਤੀ ਹੈ ਸਿੱਖੀ ਦੀ। ਉਹਦੀ ਗੱਲ ਸਹੀ ਹੈ, ਸਾਡੇ ਵਾਲੀ ਗੱਲ ਸਹੀ ਨਹੀਂ ਹੈ। ਅਸੀਂ ਉੱਤੋਂ ਗੱਲ ਕਰਨੀ ਹੈ, ਥੱਲੇ ਨੂੰ। ਸਿੱਖ ਵਾਲੇ ਸਰੀਰ ਦੇ ਨਾਲ ਕੋਈ ਸੰਬੰਧ ਨਹੀਂ ਸਿੱਖੀ ਦਾ। ਸਿੱਖੀ ਦਾ ਆਤਮਾ ਨਾਲ ਸੰਬੰਧ ਹੈ। ਜੇ ਹਿਰਦੇ ਵਿੱਚ ਕਪਟ ਹੈ, ਉੱਪਰੋਂ ਬਾਹਰ ਸਰੂਪ ਜਿੰਨਾ ਮਰਜ਼ੀ ਬਣਾਈ ਜਾਓ, ਸਿੱਖ ਨਹੀਂ ਹੈ। ਗੁਰੂ ਦੇ ਜਿਹੜਾ ਉਲਟ ਖੜਾ ਹੈ, ਜੇ ਉਲਟ ਪ੍ਰਚਾਰ ਕਰਨਗੇ ਸਿੱਖ ਨਹੀਂ ਉਹਨਾਂ ਨੇ ਮੰਨਣਾ, ਦੁਸ਼ਮਣ ਮੰਨਣਾ ਗੁਰੂ ਦੇ ਲੋਕਾਂ ਨੇ। ਉਹਨਾਂ ਨੂੰ ਮੈਂ ਕਹਿ ਤਾ ਗੱਦਾਰੀ ਹੈ। ਲੋਕਾਂ ਨੇ ਮੂੰਹ ਤੇ ਕਹਿਣ ਲੱਗ ਜਾਣਾ ਗੱਦਾਰੀ ਹੈ, ਧਰੋ ਹੈ ਗੁਰੂ ਨਾਲ। ਇਹ ਭੈ ਬਹੁਤ ਬੜਾ ਹੈ, ਮਜ਼ਾਕ ਨਹੀਂ ਹੈ। ਭੈ ਨੂੰ ਟੈਸਟ ਪਾਸ ਕਰਕੇ ਗੱਲ ਕਰੂ ਹੁਣ ਕੋਈ ਸਿੱਖੀ ਦੇ ਖਿਲਾਫ। ਸੰਗਤ ਹੈ, ਮੱਖਣ ਚੋਂ ਬਾਲਵਾ ਬਾਹਰ ਕੱਢ ਕੇ ਰੱਖ ਦੂਗੀ। ਉਹ ਗੱਲਾਂ ਗਈਆਂ ਵਿਦਵਾਨਾਂ ਵਾਲੀਆਂ, ਉਹਦਾ ਅਸਰ ਨਹੀਂ। ਘਟ ਜਾਂਦੀ ਹੈ ਗੱਲ ਜਾ ਕੇ ਛਾਤੀ 'ਚ, ਜਿਹੜਾ ਸੁਣ ਲੈਂਦਾ ਵਰਸ਼ੇ ਮੋ। ਇੱਕ ਛੋਟੀ ਜਿਹੀ ਗੱਲ ਕਹੀ ਸੀ ਉਹਨੂੰ, ਬੜਾ ਵਿਸ਼ਵ ਸੀ ਜਰਮਨ 'ਚ। ਉਹ ਕਹਿੰਦਾ ਇੱਥੇ ਵਰਸ਼ਾ ਘੜ ਗਿਆ ਮੇਰੇ, ਛਾਤੀ 'ਚ ਉਂਗਲੀ ਮਾਰਦਾ ਸੀ। ਉਹਨੇ ਇਹ ਕਹੀ ਸੀ ਵੀ ਜਿਹੜਾ ਧਾਰਮਿਕ ਲੀਡਰ ਹੈ ਉਹ ਫਰੌਡੀ ਹੁੰਦਾ, ਧਰਮ ਦੇ ਨਾਂ ਤੇ ਫਰੌਡ ਕਰਦਾ ਹੁੰਦਾ। ਅੱਜ ਇੱਥੇ ਲੀਡਰੀ ਉਹਦਾ ਝਗੜਾ ਵੀ ਹੁੰਦਾ। ਜਿਹੜਾ ਧਾਰਮਿਕ ਆਦਮੀ ਹੈ ਉਹ ਸੰਤ ਹੁੰਦਾ। ਬਾਅਦ ਅੱਖਾਂ ਚੋਂ ਇੰਜੂ ਆ ਗਏ।
ਜਿਹੜੇ ਆਦਮੀ ਦੀ ਗੱਲ ਕਰੋ, ਧਾਰਮਿਕ ਲੀਡਰ ਦੀ ਜਿਹੜੀ ਗੱਲ ਕਰ ਰਹੇ ਹੋ, ਫਿਰ ਬਗਦਾਦੀ ਨੂੰ ਪੁੱਛ ਲਓ ਸਾਨੂੰ ਕਾਹਨੂੰ ਇੱਥੇ ਬੁਲਾਇਆ, ਜਾਂ ਬਾਦਲ ਨੂੰ ਪੁੱਛ ਲਓ, ਮਾਨ ਨੂੰ ਪੁੱਛ ਲਓ। ਇਹਨਾਂ ਦੇ ਤਾਂ ਰੌਲੇ ਪਾਏ ਹੋਏ ਨੇ, ਧਾਰਮਿਕ ਲੀਡਰਾਂ ਦੇ ਕੰਡੇ ਤਾਂ ਇਹਨਾਂ ਦੇ ਬੀਜੇ ਹੋਏ ਨੇ। ਚੁਗਣੇ ਪੈਣੇ ਨੇ ਧਾਰਮਿਕ ਆਦਮੀਆਂ ਨੂੰ। ਧਾਰਮਿਕ ਆਦਮੀ ਕੰਡੇ ਚੁਗਦੇ ਹੁੰਦੇ ਨੇ, ਧਾਰਮਿਕ ਲੀਡਰ ਕੰਡੇ ਬੀਜਦੇ ਹੁੰਦੇ ਨੇ। ਉਹ ਕਹਿੰਦਾ ਇੱਥੇ ਲੱਗਿਆ ਵਰਸ਼ਾ, ਦੂਏ ਦਿਨ ਪ੍ਰੇਅਰ ਭੁੱਲ ਗਿਆ, ਕਹਿੰਦਾ ਤੁਸੀਂ ਮੈਨੂੰ ਦੱਸੋ ਮੈਂ ਪ੍ਰੇਅਰ ਕਰਾਂ ਕੀ? ਕਿਉਂ? ਸਾਫ਼ ਹੈ ਨਾ ਮਨ। ਉਹ ਇਹ ਨਹੀਂ ਦੇਖਦਾ, ਮੈਂ ਨਹੀਂ ਦੇਖਦਾ ਵੀ ਉਹ ਕੀ ਹੈ, ਮੈਂ ਉਹਨੂੰ ਦੇਖਦਾ ਇੱਕ ਆਦਮੀ ਆ, ਉਹਦਾ ਹਿਰਦਾ ਸਾਫ਼ ਹੈ, ਉਹਦੇ ਦਾੜੀ ਨਹੀਂ, ਮੈਂ ਉਹਦੀ ਦਾੜੀ ਦਾ ਕੀ ਲੈਣਾ? ਉਹ ਗਊ ਦਾ ਮਾਸ ਖਾ ਲੈਂਦਾ, ਮੈਂ ਕੀ ਲੈਣਾ? ਉਹ ਤੇ ਜੋ ਗਊ ਦਾ ਮਾਸ ਖਾ ਕੇ ਵੀ ਕੇਸ ਬਣਾ ਕੇ ਵੀ ਇਮਾਨਦਾਰ ਹੈ, ਮੈਨੂੰ ਉਹਦੀ ਇਮਾਨਦਾਰੀ ਤੋਂ ਹੀ ਮਤਲਬ ਹੈ, ਮੈਨੂੰ ਉਹਦੇ ਬਾਕੀ ਕੁਛ ਕਿਸੇ ਦੀ ਮਤਲਬ ਨਹੀਂ ਹੈ। ਜੋ ਇਮਾਨਦਾਰ ਬਣ ਸਕਦਾ ਹੈ, ਇਹ ਦਾੜੀ ਰਖਾ ਕੇ ਵੀ ਇਮਾਨਦਾਰ ਨਹੀਂ ਬਣ ਸਕਦੇ, ਤਾਂ ਉਹ ਜਿਹੇ ਸਿੱਖਾਂ ਦੀ ਲੋੜ ਨਹੀਂ ਹੈ ਜਿਹੜਾ ਇਮਾਨਦਾਰ ਨਹੀਂ ਬਣ ਸਕਦਾ ਦਾੜੀ ਵਧਾ ਕੇ ਰਖਾ ਕੇ। ਗੁਰੂ ਨੂੰ ਕੋਈ ਲੋੜ ਨਹੀਂ ਉਹਨਾਂ ਦੀ ਇਹ ਜਾਂਦੀ। ਕੌੜੀ ਕਿਸੇ ਨੂੰ ਲੱਗਦੀ ਹੈ, ਲੱਗੇ, ਸੱਚ ਹੈ, ਸੱਚ ਕੌੜਾ ਲੱਗਦਾ ਹੀ ਹੁੰਦਾ।